अस्सलामुअलैकुम। मियाँ नसीर बख्श बहुत वड्डा ज़मींदार सी। ਉਹਦਾ ਕੋਈ 150-200 ਮੁਰੱਬਾ ਜ਼ਮੀਨ ਦਾ ਸੀਗਾ ਤੇ ਹਜ਼ਾਰਾਂ ਦੇ ਤਦਾਦ ਨਾਲ ਜਿਹੜੇ ਲੋਕ ਸੀ ਨਾ ਉਹ ਉਹਦਾ ਕੰਮ ਕਰਦੇ ਸੀ, ਉਹਦੇ ਮਜ਼ੇਰੇ ਸੀਗੇ, ਉਹਦੇ ਵੱਸ ਦੇ ਬੈਠੇ ਸੀਗੇ। ਬੜੀ ਸ਼ਾਨੋ ਸ਼ੌਕਤ ਸੀ ਉਸ ਬੰਦੇ ਦੀ। ਤੇ ਉਹਨੇ ਨਾ ਆਪਣੇ ਡੇਰੇ ਤੇ ਇੱਕ ਤਖਤ ਬਣਾਇਆ ਹੋਇਆ ਸੀ ਲੱਕੜ ਦਾ, ਉੱਤੇ ਗੱਦੇ ਵਿਛੇ ਸੀਗੇ, ਸਰਾਣੇ ਰੱਖੇ ਸੀਗੇ। ਉਹਦੀ ਆਦਤ ਸੀਗੀ ਕਿ ਸੁਬਾਹ ਨੂੰ ਉੱਠ ਕੇ ਨਮਾਜ਼ ਪੜ੍ਹਦਾ ਸੀ, ਕੁਰਾਨ ਪਾਕ ਪੜ੍ਹ ਕੇ ਨਾਸ਼ਤਾ ਕਰਕੇ ਤਿਆਰ ਹੋ ਕੇ ਬੜੀ ਤਸੱਲੀ ਨਾਲ ਫਿਰ ਉਹ ਬਾਹਰ ਡੇਰੇ 'ਤੇ ਆਉਂਦਾ ਸੀ ਤੇ ਆ ਕੇ ਆਪਣੇ ਤਖਤ 'ਤੇ ਬਹਿ ਜਾਂਦਾ ਸੀ। ਜਿਹੜੇ ਉਹਦੇ ਕੰਮ ਕਰਨ ਵਾਲੇ ਲੋਕ ਸੀ, ਕਾਰਿੰਦੇ ਸੀਗੇ, ਕੰਮੀ ਸੀਗੇ, ਮਜ਼ਾਰੇ ਸੀਗੇ ਜਾਂ ਵਸਦੇ ਬੈਠੇ ਸੀਗੇ, ਜਾਂ ਉਹ ਸਾਰੇ ਲੋਕ ਜਿਨ੍ਹਾਂ ਨੂੰ ਉਹਦੇ ਨਾਲ ਕੋਈ ਕੰਮ ਹੁੰਦਾ ਸੀ ਆ ਕੇ ਥੱਲੇ ਬਹਿੰਦੇ ਸੀ। ਜਦੋਂ ਮੀਆਂ ਨਸੀਰ ਬਖਸ਼ ਆਉਂਦਾ ਸੀ ਸਾਰੇ ਖੜੇ ਹੋ ਜਾਂਦੇ ਸੀਗੇ ਉਹਦੇ ਇਹਤਰਾਮ ਵਿੱਚ। ਜਦੋਂ ਤਖਤ 'ਤੇ ਬਹਿ ਜਾਂਦਾ ਸੀ ਫਿਰ ਉਹ ਬਹਿ ਜਾਂਦੇ ਸੀ। ਯਾਨੀ ਕਿ ਉਹਨੇ ਜਿੱਦਾਂ ਬਾਦਸ਼ਾਹ ਨਹੀਂ ਹੁੰਦੇ ਇੱਦਾਂ ਇੱਕ ਤਖਤ ਬਣਾਇਆ ਹੋਇਆ ਸੀ ਅਤੇ ਕਿਸੇ ਦੂਸਰੇ ਬੰਦੇ ਦੀ ਜ਼ਰੂਰਤ ਨਹੀਂ ਸੀ ਉਹਦੇ ਤਖਤ ਦੇ ਉੱਤੇ ਬੈਠੇ। ਲੋਕ ਉਹਦੇ ਤੋਂ ਡਰਦੇ ਸੀ, ਡਰਦੇ ਉਹਦੇ ਤਖਤ 'ਤੇ ਨਹੀਂ ਸੀ ਬਹਿੰਦੇ ਵੀ ਅਸੀਂ ਅਗਰ ਤਖਤ 'ਤੇ ਬਹਿਵਾਂਗੇ ਤਾਂ ਪਤਾ ਨਹੀਂ ਕੀ ਕਰੇਗਾ ਸਾਡੇ ਨਾਲ। ਇੱਕ ਦਿਨ ਇੱਦਾਂ ਹੋਈ ਕਿ ਮੀਆਂ ਨਸੀਰ ਬਖਸ਼ ਜਿਹੜਾ ਨਾ ਉਹ ਦੇਰ ਨਾਲ ਆਇਆ ਬਾਹਰ। ਉਹਨੇ ਆ ਕੇ ਜਦੋਂ ਦੇਖਿਆ ਤਾਂ ਬਾਹਰ ਉਹਦੇ ਤਖਤ 'ਤੇ ਇੱਕ ਬਾਬਾ ਬੈਠਾ ਹੋਵੇ। ਮੀਆਂ ਨਸੀਰ ਬਖਸ਼ ਬੜਾ ਹੈਰਾਨ ਹੋਇਆ। ਉਹਨੇ ਕਿਹਾ ਅੱਜ ਤੱਕ ਤਾਂ ਕਿਸੇ ਦੀ ਜ਼ਰੂਰਤ ਨਹੀਂ ਹੋਈ ਕਿ ਮੇਰੇ ਤਖਤ 'ਤੇ ਬੈਠੇ, ਇਹ ਕੌਣ ਆ ਜਿਹੜਾ ਮੇਰੇ ਤਖਤ 'ਤੇ ਬਹਿ ਗਿਆ। ਫਿਰ ਵੀ ਉਹਨੇ ਤਹਮਲ ਤੋਂ ਕੰਮ ਲਿਆ, ਆਇਆ, ਸਲਾਮ ਕੀਤਾ। ਸਾਰੇ ਜਿਹੜੇ ਕਾਰਿੰਦੇ ਸੀਗੇ, ਕੰਮ ਕਰਨ ਵਾਲੇ ਲੋਕ ਸੀ, ਥੱਲੇ ਬੈਠੇ ਸੀ। ਬਾਬਾ ਤਖਤ 'ਤੇ ਬੈਠਾ ਸੀ। ਉਹਨੇ ਸਲਾਮ ਕੀਤਾ, ਆ ਕੇ ਬਾਬੇ ਦੇ ਨਾਲ ਬਹਿ ਗਿਆ। ਉਹਨੇ ਬਾਬੇ ਨੂੰ ਸਲਾਮ ਤੋਂ ਬਾਅਦ ਪੁੱਛਿਆ, ਬਾਬਾ ਜੀ ਤੁਸੀਂ ਕੌਣ ਹੋ, ਮੈਂ ਤੁਹਾਨੂੰ ਪਛਾਣਿਆ ਨਹੀਂ। ਬਾਬੇ ਨੇ ਕਿਹਾ ਜੀ ਮੈਂ ਮੇਤਲਾ ਕੌਮ ਦਾ ਤੇ ਮੁਲਤਾਨ 'ਚੋਂ ਆਇਆ। ਫਿਰ ਮੀਆਂ ਨਸੀਰ ਬਖਸ਼ ਜ਼ਿਮੀਂਦਾਰ ਸੀ, ਉਹਦੇ ਜ਼ਿਹਨ 'ਚ ਗੱਲ ਆਈ। ਉਹਨੇ ਕਿਹਾ ਮੈਂ ਬਾਬੇ ਕੋਲੋਂ ਪੁੱਛ ਤਾਂ ਲਵਾਂ ਇਹਦਾ ਰਕਬਾ ਕਿੰਨਾ ਵਾ, ਇਹਦੀ ਜ਼ਮੀਨ ਕਿੰਨੀ ਆ, ਮੇਰੇ ਮੁਕਾਬਲੇ ਦਾ ਵੀ ਹੈਗਾ ਕਿ ਹੈ ਨਹੀਂ, ਮੇਰੇ ਬਰਾਬਰ ਬੈਠਣ ਦੀ ਵੀ ਇਹਦੀ ਹੈਸੀਅਤ ਹੈਗੀ ਹੈ ਕਿ ਹੈ ਨਹੀਂ। ਉਹਨੇ ਬਾਬੇ ਕੋਲੋਂ ਪੁੱਛਿਆ, ਬਾਬਾ ਤੁਹਾਡੀ ਜ਼ਮੀਨ ਕਿੰਨੀ ਆ, ਤੁਸੀਂ ਕਿੰਨੇ ਕੁ ਖੂਹਾਂ ਦੇ ਮਾਲਕ ਹੋ, ਕਿੰਨਾ ਕੁ ਰਕਬਾ ਤੁਹਾਡਾ। ਬਾਬੇ ਨੇ ਕਿਹਾ ਜੀ ਮੈਨੂੰ ਰਕਬੇ ਦਾ ਤੇ ਖੂਹਾਂ ਦਾ ਕੋਈ ਪਤਾ ਨਹੀਂ, ਬਹਰਹਾਲ ਮੇਰੀ ਜ਼ਮੀਨ ਉਨੀ ਆ ਜਿੰਨੀ ਤੇਰੀ ਆ। ਮੀਆਂ ਨਸੀਰ ਬਖਸ਼ ਜਿਹੜਾ ਨਾ ਬੜਾ ਹੈਰਾਨ ਹੋਇਆ ਤੇ ਗੱਲ ਉਹਦੀ ਸਮਝ ਆ ਗਈ। ਫੌਰਨ ਉਹਦਾ ਜ਼ਿਹਨ ਜਿਹੜਾ ਕਬਰਸਤਾਨ ਨਾਲ ਗਿਆ ਜਿੱਥੇ ਸਾਰਿਆਂ ਦੀ ਜ਼ਮੀਨ ਬਰਾਬਰ ਹੁੰਦੀ ਹੈ। ਹੁਣ ਆ ਜਿਹੜੇ ਸਾਡੇ ਸਿਆਸਤਦਾਨ ਆ ਲੋਕਾਂ ਨੂੰ ਲੁੱਟ ਕੇ ਖਾ ਰਹੇ ਆ, ਜਿਹੜੇ ਜਾਗੀਰਦਾਰ ਆ, ਜਿਹੜੇ ਬਿਊਰੋਕਰੇਟ ਆ, ਜਿਹੜੇ ਅਫੀਸਰ ਆ, ਜਿਹੜੇ ਫਿਰੌਨ ਬਣੇ ਹੋਏ ਆ, ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਬੰਦੇ ਨੂੰ ਕੀੜਾ ਸਮਝਦੇ ਆ, ਮਕੌੜਾ ਸਮਝਦੇ ਆ। ਇਹ ਲੋਕ ਕਿਉਂ ਨਹੀਂ ਸਮਝਦੇ ਕਿ ਜ਼ਮੀਨ ਬਰਾਬਰ ਆ। ਮੈਂ ਜਦੋਂ ਵੀ ਕਿਸੇ ਲੈਂਡ ਕਰੂਜ਼ਰ ਵਾਲੇ ਨੂੰ, ਕਿਸੇ ਬੱਤੀ ਲੱਗੀ ਹੋਈ ਗੱਡੀ ਨੂੰ ਲੰਘਦਿਆਂ ਦੇਖਦਾ ਵਾਂ, ਕਿਸੇ ਅਫਸਰ ਨੂੰ ਲੰਘਦਿਆਂ ਦੇਖਦਾ, ਕਿਸੇ ਸਿਆਸਤਦਾਨ ਨੂੰ, ਕਿਸੇ ਵਜ਼ੀਰ ਆਜ਼ਮ ਨੂੰ, ਤੇ ਮੁਤਾਸਰ ਨਹੀਂ ਹੁੰਦਾ। ਬਿਲਕੁਲ ਮੈਂ ਉਹਨਾਂ ਤੋਂ ਮੁਤਾਸਰ ਨਹੀਂ ਹੁੰਦਾ ਕਿਉਂਕਿ ਮੈਂ ਸਮਝਦਾ ਵਾਂ ਕਿ ਜ਼ਮੀਨ ਬਰਾਬਰ ਆ। ਤੇ ਤੁਸੀਂ ਵੀ ਆ ਗੱਲ ਜ਼ਿਹਨ 'ਚ ਰੱਖੋ। ਆ ਜਿਹੜੀ ਦੁਨੀਆ ਦੀ ਸ਼ਾਨੋ ਸ਼ੌਕਤ ਆ, ਅੱਜ ਇਹ ਮੁਰੱਬੇ ਆ, ਜਿਹੜੇ ਖੂਹ ਆ, ਜਿਹੜੇ ਗ੍ਰੇਡ ਆ, ਆ ਜਿਹੜੇ ਪੈਸੇ ਆ, ਆ ਜਿਹੜੀਆਂ ਕੋਠੀਆਂ ਵਾ, ਬੰਗਲੇ ਆ, ਕਾਰਾਂ ਵਾ, ਕੁਛ ਨਹੀਂ ਹੈਗਾ। ਆ ਸਿਫਰ ਆ, ਬਿਲਕੁਲ ਸਿਫਰ। ਜ਼ਮੀਨ ਬਰਾਬਰ ਆ। ਜਦੋਂ ਮਰ ਜਾਂਦਾ ਨਾ ਬੰਦਾ ਕਬਰਸਤਾਨ ਵਿੱਚ, ਕਬਰਸਤਾਨ ਵੀ ਇੱਕੋ ਜਿਹਾ ਹੁੰਦਾ ਰੜਾ, ਅਤੇ ਜਿਹੜੀ ਕਬਰ ਲੱਭਦੀ ਆ ਉਹ ਵੀ ਕੋਈ ਲੰਬੀ ਨਹੀਂ ਲੱਭਦੀ ਵੀ ਜਿਹੜਾ ਗਰੀਬ ਬੰਦਾ ਉਹਦੀ ਕਬਰ ਛੋਟੀ ਹੁੰਦੀ ਆ ਜੀ, ਜਿਹੜਾ ਅਮੀਰ ਬੰਦਾ ਉਹਨੂੰ ਜਿਹੜਾ ਨਾ ਕਨਾਲ ਵਿੱਚ ਕਬਰ ਬਣਾਈ ਹੁੰਦੀ ਆ। ਐਸੀ ਕੋਈ ਨਹੀਂ ਗੱਲ ਨਹੀਂ ਹੈਗੀ। ਉਹਨੇ ਕੁ ਟੋਏ 'ਚ ਹੀ ਪੂਰਦੇ ਆ ਜਿੰਨੇ 'ਚ ਗਰੀਬ ਨੂੰ ਪੂਰਦੇ ਆ। ਉਮੀਦ ਆ ਕਿ ਗੱਲ ਤੁਹਾਨੂੰ ਸਮਝ ਆ ਗਈ ਹੋਣੀ ਆ। ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਮਾਨ 'ਚ ਰੱਖੇ। ਹੱਸਦੇ ਰਹੋ, ਵਸਦੇ ਰਹੋ, ਰੱਬ ਰਾਖਾ।